ਹੈਲੋ ਸਟੂਡੈਂਟਸ, ਵੈਲਕਮ ਔਨ ਯਦੂ ਐਜੂਕੇਸ਼ਨ। ਹਾਂਜੀ, ਤੁਹਾਡਾ ਯਦੂ ਐਜੂਕੇਸ਼ਨ ਦੇ ਪਲੇਟਫਾਰਮ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਅਸੀਂ ਸਾਡੇ PYQ ਕਰਾਂਗੇ। ਪ੍ਰੀਵੀਅਸ ਈਅਰ ਕੁਐਸਚਨ ਹੁੰਦੇ ਨੇ ਜਿਹੜੇ ਸਾਡੇ PS ਟੈਟ ਦੇ ਵਿੱਚ ਪਹਿਲਾਂ ਤੋਂ ਆਏ ਹੋਏ ਨੇ, ਠੀਕ ਹੈ। ਉਹਨਾਂ ਨੂੰ ਅੱਜ ਸਟਾਰਟ ਕਰਨ ਜਾ ਰਹੇ ਹਾਂ। ਅਸੀਂ 2020 ਵਾਲਾ ਕੁਐਸਚਨ ਪੇਪਰ ਹੱਲ ਕਰਾਂਗੇ ਅੱਜ ਜੀ। ਦੇਖੋ ਜੀ, ਫਸਟ ਕੁਐਸਚਨ ਹੈ, in order to make evaluation an enabling factor for learning rather than an impediment, ongoing assessment should document a learner's progress through। ਕਹਿੰਦੇ ਇਵੈਲਿਊਏਸ਼ਨ ਹੈ ਜਿਹੜੀ, ਠੀਕ ਹੈ, ਮੁਲਾਂਕਣ ਹੁੰਦਾ ਗਾ, ਉਹਨੂੰ ਇੱਕ ਯੋਗ ਕਾਰਕ ਬਣਾਉਣ ਦੇ ਲਈ ਕੀ ਹੈਗਾ, ਲਰਨਿੰਗ ਦੇ ਵਿੱਚ ਜਿਹੜਾ ਮਤਲਬ ਜਿਹੜੀ ਇਵੈਲਿਊਏਸ਼ਨ ਹੈ ਸਾਡੀ, ਉਹ ਲਰਨਿੰਗ ਦੇ ਵਿੱਚ ਇੱਕ ਇੰਪੈਡੀਮੈਂਟ ਨਾ ਬਣੇ, ਇੱਕ ਰੁਕਾਵਟ ਨਾ ਬਣਦੇ ਹੋਏ ਉਹ ਇੱਕ ਯੋਗ ਕਾਰਕ ਸਿੱਧ ਹੋਵੇ। ਸਾਡੀ ਇਵੈਲਿਊਏਸ਼ਨ ਹੈ ਜਿਹੜੀ ਲਰਨਿੰਗ ਦੇ ਪ੍ਰੋਸੈਸ ਦੇ ਵਿੱਚ, ਤਾਂ ਉਹਦੇ ਲਈ ਕਿਹੋ ਜਿਹੀ ਅਸੈਸਮੈਂਟ ਕੀਤੀ ਜਾਣੀ ਚਾਹੀਦੀ ਹੈਗੀ, ਜਿਹੜੀ ਕਿਸ ਪ੍ਰੋਗਰੈਸ ਦੇ ਥਰੂ, ਠੀਕ ਹੈ, ਲਰਨਰ ਦੀ ਪ੍ਰੋਗਰੈਸ ਨੂੰ ਕਿਸ ਤਰ੍ਹਾਂ ਨਾਲ ਮਾਪਿਆ ਜਾਣਾ ਚਾਹੀਦਾ ਗਾ। ਫਸਟ ਹੈ ਜੀ, ਦੇਖੋ ਅਚੀਵਮੈਂਟ ਟੈਸਟ। ਉਹਨਾਂ ਦੇ ਅਚੀਵਮੈਂਟ ਟੈਸਟ ਲੈਂਦੇ ਰਹਿਣਾ ਗਾ, ਮਤਲਬ ਕਿ ਜਿਸ ਤਰ੍ਹਾਂ ਨਾ ਵੀ ਬੱਚਾ ਕਿੰਨੀ ਕੁ ਜਿਹੜਾ ਹੈਗਾ ਗਾ ਉਹਨੂੰ ਅਸੀਂ ਪੜ੍ਹਾਇਆ ਗਾ ਤਾਂ ਉਹ ਕਿੰਨਾ ਕੁ ਅਚੀਵ ਕਰ ਪਾਇਆ ਗਾ ਬੱਚਾ। ਜਾਂ ਫਿਰ ਆਬਜੈਕਟਿਵ ਟਾਈਪ ਟੈਸਟ ਹੁੰਦੇ ਨੇ ਜਿਹੜੇ, ਉਹਨੂੰ ਉਹ ਵਾਲੇ ਲੈ ਕੇ ਟੈਸਟ। ਜਾਂ ਫਿਰ ਪੋਰਟਫੋਲੀਓ ਮੋਡ, ਆਲ ਆਫ ਅਬਵ, ਠੀਕ ਹੈ। ਤਾਂ ਇਹਨਾਂ ਦੇ ਵਿੱਚ ਅਸੀਂ ਇਹ ਦੇਖਣਾ ਗਾ ਇਵੈਲਿਊਏਸ਼ਨ ਨੂੰ ਇੱਕ ਰੁਕਾਵਟ ਨਾ ਮੰਨਦੇ, ਇੱਕ ਯੋਗ ਕਾਰਕ ਦੇ ਤੌਰ 'ਤੇ ਕਿਸ ਤਰ੍ਹਾਂ ਨਾਲ ਅਸੀਂ ਵੀ ਕਲਾਸਰੂਮ ਦੇ ਵਿੱਚ ਬੱਚੇ ਨੂੰ ਕਰ ਸਕਦੇ, ਉਹਦੀ ਪ੍ਰੋਗਰੈਸ ਨੂੰ ਅਸੀਂ ਦੇਖ ਸਕਦੇ ਹਾਂਗੇ, ਅਸੈਸ ਕਰ ਸਕਦੇ ਹਾਂਗੇ, ਠੀਕ ਹੈ। ਤਾਂ ਇਹ ਸਾਡੀ ਇਹਦੇ ਵਿੱਚੋਂ ਅਚੀਵਮੈਂਟ ਟੈਸਟ ਦੇ ਵਿੱਚ ਡੇਲੀ ਨਹੀਂ, ਤਾਂ ਇਹਦੇ ਵਿੱਚ ਜ਼ਿਆਦਾ ਐਪਰੋਪਰੀਏਟ ਕਿਹੜੀ ਹੈ ਜੀ, ਸਾਡੀ ਥਰਡ ਆਪਸ਼ਨ ਬਣ ਜਾਂਦੀ ਹੈ, ਪੋਰਟਫੋਲੀਓ ਮੋਡ। ਪੋਰਟਫੋਲੀਓ ਮੋਡ ਕੀ ਹੁੰਦਾ, ਇਹਦੇ ਵਿੱਚ ਹੁੰਦਾ ਗਾ ਵੀ ਇੱਕ ਪਰਟੀਕੂਲਰ ਸਾਡਾ ਜਿਹੜਾ ਕਰੀਕੁਲਮ ਹੈਗਾ ਉਹਦੇ ਵਿੱਚ 1 ਔਰ 2 ਔਰ ਮੈਨੀ ਮੋਰ ਜਿਹੜੇ ਜੋ ਵੀ ਹੁੰਦੇ ਨੇ ਇਹਦੇ ਹੈ ਨਾ ਆਸਪੈਕਟਸ, ਤਾਂ ਉਹਨਾਂ ਸਾਰਿਆਂ ਦੇ ਵਿੱਚੋਂ ਕੀ ਬੱਚੇ ਦੀ ਜਿਹੜੀ ਹੈਗੀ ਅਚੀਵਮੈਂਟ ਚੈੱਕ ਕਰਨੀ ਹੈ, ਠੀਕ ਹੈ। ਇਹ ਨਹੀਂ ਹੈਗਾ ਕਿ ਜਿੰਨੇ ਵੀ ਆਪਣੇ ਕਰੀਕੁਲਮ ਦੇ ਦੌਰਾਨ ਬੱਚੇ ਨੇ ਐਕਟੀਵਿਟੀਜ਼ ਕੀਤੀਆਂ ਨੇ ਤਾਂ ਉਹਨਾਂ ਸਾਰੀਆਂ ਐਕਟੀਵਿਟੀਜ਼ ਨੂੰ ਕੀ ਕਰਨਾ ਜੀ, ਇਵੈਲਿਊਏਟ ਕਰਨਾ ਗਾ। ਤਾਂ ਇਹਦੇ ਵਿੱਚ ਕਿਹੜਾ ਸਾਡਾ ਥਰਡ ਆਪਸ਼ਨ ਸਹੀ ਆਊਗੀ, ਪੋਰਟਫੋਲੀਓ ਮੋਡ। ਨੈਕਸਟ ਹੈ ਦ ਰੀਡਿੰਗ ਸਬ ਸਕਿੱਲਸ ਵਿਚ ਸ਼ੁੱਡ ਫੋਕਸਡ ਫॉर ਡਿਵੈਲਪਿੰਗ ਰੀਡਿੰਗ ਪ੍ਰੋਫੀਸ਼ੀਐਂਸੀ ਅਮੰਗ ਸਟੂਡੈਂਟਸ ਇਨਕਲੂਡ, ਠੀਕ ਹੈ। ਕਹਿੰਦੇ ਰੀਡਿੰਗ ਦੀ ਕਿਹੜੀ ਇੱਕ ਸਬ ਸਕਿੱਲ ਹੈ ਜਿਹਦੇ ਵਿੱਚ ਕੀ ਚੀਜ਼ ਕੀਤਾ ਜਾਂਦਾ, ਜਿਹੜੀ ਰੀਡਿੰਗ ਪ੍ਰੋਫੀਸ਼ੀਐਂਸੀ ਹੈਗੀ ਉਹਨੂੰ ਡਿਵੈਲਪ ਕਰਨ ਦੇ ਵਿੱਚ, ਰੀਡਿੰਗ ਜਿਹੜੀ ਬੱਚਾ ਕੁਸ਼ਲ ਹੋ ਸਕੇ ਰੀਡਿੰਗ ਦੇ ਵਿੱਚ, ਠੀਕ ਹੈ। ਕਿਹੜੀ ਹੈ ਜੀ, ਕਹਿੰਦੇ ਐਕਸਟੈਂਡਡ ਰੀਡਿੰਗ। ਐਕਸਟੈਂਡਡ ਰੀਡਿੰਗ ਜਿਹਨੂੰ ਆਪਾਂ ਐਕਸਟੈਂਸਿਵ ਰੀਡਿੰਗ ਕਹਿੰਦੇ ਆ, ਜਿਹੜੀ ਫॉर ਪਲੈਜ਼ਰ ਹੁੰਦੀ ਆ ਨਾ, ਖੁਸ਼ੀ ਲਈ ਬੱਚਾ ਜਿਹੜਾ ਆਪਣੀ ਖੁਸ਼ੀ ਲਈ ਪੜ੍ਹਦਾ ਹੈਗਾ, ਉਹਨੂੰ ਅਸੀਂ ਐਕਸਟੈਂਡਡ ਰੀਡਿੰਗ ਬੋਲਦੇ ਹਾਂ। ਜਿਹੜਾ ਆਊਟ ਆਫ ਕਰੀਕੁਲਮ ਜਾ ਕੇ ਪੜ੍ਹਿਆ ਜਾਂਦਾ ਬੱਚਾ, ਉਹਦੇ ਵਿੱਚ ਚਾਹੇ ਮੈਗਜ਼ੀਨ ਪੜ੍ਹ ਰਿਹਾ, ਨਿਊਜ਼ਪੇਪਰ ਪੜ੍ਹ ਰਿਹਾ ਹੈਗਾ, ਕਾਮਿਕਸ ਵਗੈਰਾ ਜੋ ਵੀ ਪੜ੍ਹੇ ਜਾ ਰਹੇ ਨੇ, ਉਹ ਸਾਡੀ ਐਕਸਟੈਂਡਡ ਰੀਡਿੰਗ ਹੁੰਦੀ ਹੈ, ਓਕੇ। ਨੈਕਸਟ ਹੈ ਰੀਡਿੰਗ ਫॉर ਇਨਫਰੈਂਸ। ਇਨਫਰੈਂਸ ਕੀ ਹੈਗਾ, ਕੋਈ ਮੀਨਿੰਗ ਕੱਢਣ ਦੇ ਲਈ, ਹੈ ਨਾ, ਕਿਸੇ ਵੀ ਚੀਜ਼ ਦਾ ਯੋਗ ਢੁਕਵਾਂ ਮੀਨਿੰਗ ਕੱਢਣ ਦੇ ਲਈ, ਮਤਲਬ ਉਸ ਚੀਜ਼ ਨੂੰ ਅਸੀਂ ਪੜ੍ਹਦੇ ਆਂਗੇ, ਉਹ ਚੀਜ਼ ਨੂੰ ਕਹਿੰਦੇ ਕਿਹਾ ਜਾਂਦਾ ਗਾ ਵੀ ਉਹ ਇਨਫਰ ਕੀਤਾ ਜਾਂਦਾ, ਉਹਦੇ ਵਿੱਚੋਂ ਜਿਹੜੀ ਹੈਗੀ ਹੈਗਾ ਜੋ ਜਾਣਕਾਰੀ ਦੇ ਸਰੋਤ, ਜੋ ਇਨਫੋਰਮੇਸ਼ਨ ਲਈ ਜਾਂਦੀ ਹੈ। ਜਾਂ ਫਿਰ ਥਰਡ ਹੈ ਸਕੈਨਿੰਗ ਅ ਟੈਕਸਟ। ਕੋਈ ਵੀ ਟੈਕਸਟ ਨੂੰ ਕੀ ਕਰਨਾ ਗਾ, ਇੱਕ ਸਕੈਨਿੰਗ ਕੀਤੀ ਜਾਣੀ ਹੈਗੀ, ਜਿਹਦੀ ਸਕੈਨ ਕਰਨਾ ਗਾ ਨਾ। ਤਾਂ ਸਕੈਨਿੰਗ ਦੇ ਵਿੱਚ ਅਸੀਂ ਕੀ ਵੇਖਿਆ ਸੀਗਾ ਕਿ ਪੂਰੀ ਤਰ੍ਹਾਂ ਨਾਲ ਡਿਟੇਲ ਦੇ ਵਿੱਚ ਪੜ੍ਹਿਆ ਜਾਂਦਾ ਗਾ। ਫੋਰਥ ਹੈ ਜੀ ਆਲ ਆਫ ਦੀ ਅਬਵ, ਜਾਂ ਫਿਰ ਇਹਨਾਂ ਦੇ ਵਿੱਚੋਂ ਕੀ ਹੈਗਾ ਆਪਣਾ ਵੀ ਜਿਹੜੇ ਸਾਰੇ ਆਪਸ਼ਨ ਬਿਲਕੁਲ ਸਹੀ ਬਹਿੰਦੇ ਨੇ। ਤਾਂ ਅਸੀਂ ਰੀਡਿੰਗ ਪ੍ਰੋਫੀਸ਼ੀਐਂਸੀ ਦੇ ਮੁਤਾਬਕ ਦੇਖਣਾ ਵੀ ਕਿਹੜੇ ਦੇ ਥਰੂ ਜਿਹੜੀ ਰੀਡਿੰਗ ਪ੍ਰੋਫੀਸ਼ੀਐਂਸੀ ਬੱਚੇ ਦੇ ਵਿੱਚ ਉਹ ਡਿਵੈਲਪ ਹੋ ਸਕਦੀ ਆ। ਤਾਂ ਅਸੀਂ ਵੇਖਦੇ ਹਾਂ ਕਿ ਬੱਚੇ ਦੇ ਵਿੱਚ ਰੀਡਿੰਗ ਨੂੰ ਡਿਵੈਲਪ ਕਰਨਾ, ਪੜ੍ਹਨ ਦੀ ਆਦਤ, ਤਾਂ ਇਹ ਨਹੀਂ ਹੈਗਾ ਵੀ ਉਹ ਬਾਹਰੋਂ ਪੜ੍ਹ ਰਿਹਾ ਅੰਦਰੋਂ ਪੜ੍ਹ ਰਿਹਾ, ਬੱਚਾ ਪੜ੍ਹ ਰਿਹਾ ਤਾਂ ਐਕਸਟੈਂਡਡ ਵੀ ਆ ਜਾਏਗਾ ਜੀ। ਇਨਫਰੈਂਸ ਦੇ ਲਈ ਇਨਫਰ ਕਰਨਾ, ਉਹਨੇ ਮੀਨਿੰਗ ਕੱਢਣਾ ਗਾ, ਸਕੈਨਿੰਗ ਟੈਕਸਟ ਵੀ ਆਊਗਾ। ਤਾਂ ਇਹਦੇ ਵਿੱਚ ਆਪਸ਼ਨ ਜਿਹੜੀ ਸਾਡੀ ਬਿਲਕੁਲ ਸਹੀ ਬਣੇਗੀ ਜੀ, ਆਲ ਆਫ ਦੀ ਅਬਵ ਬਣ ਜਾਏਗੀ। ਨੈਕਸਟ ਹੈ ਆਨਗੋਇੰਗ ਕੰਟੀਨਿਊਸ ਐਜ਼ ਫਾਰਮੇਟਿਵ ਇਵੈਲੂਏਸ਼ਨ ਕੈਨ ਬੀਕਮ ਮੀਨਿੰਗਫੁਲ ਓਨਲੀ ਵੈਨ। ਕਹਿੰਦੇ ਜਿਹੜੀ ਸਾਡੀ ਫਾਰਮੇਟਿਵ ਅਸੈਸਮੈਂਟ, ਜਿਹਨੂੰ ਅਸੀਂ ਰਚਨਾਤਮਕ ਮੁਲਾਂਕਣ ਕਹਿੰਦੇ ਆ, ਉਹ ਕਿਸ ਤਰ੍ਹਾਂ ਨਾਲ ਮੀਨਿੰਗਫੁਲ ਬਣ ਸਕਦਾ ਹੈਗਾ। ਫਸਟ ਦੇਖਦੇ ਹਾਂ, ਟੀਚਰਸ ਟੇਕ ਰਿਸਪੋਂਸੀਬਿਲਿਟੀ ਟੂ ਲਰਨਰਸ ਪ੍ਰੋਗਰੈਸ। ਕਹਿੰਦੇ ਲਰਨਰ ਦੀ ਇੱਥੇ ਫਸਟ ਫੇਸ ਲੱਗਣਾ ਸੀ, ਜਿਹੜੇ ਸਿੱਖਿਆਰਥੀ ਨੇ ਉਹਨਾਂ ਦੀ ਪ੍ਰੋਗਰੈਸ ਦੇ ਲਈ ਕੀ ਇਸ ਚੀਜ਼ ਕੌਣ ਰਿਸਪੋਂਸੀਬਿਲਿਟੀ ਲਵੇ, ਟੀਚਰਸ ਆਪਣੀ ਰਿਸਪੋਂਸੀਬਿਲਿਟੀ ਲੈਣ, ਓਕੇ। ਸੈਕਿੰਡ ਹੈ ਲਰਨਰਸ ਟੇਕ ਰਿਸਪੋਂਸੀਬਿਲਿਟੀ ਫॉर देयर ਪ੍ਰੋਗਰੈਸ, ਜਾਂ ਫਿਰ ਆਪਣੀ ਪ੍ਰੋਗਰੈਸ ਦੇ ਲਈ ਖੁਦ ਬੱਚੇ ਹੀ ਰਿਸਪੋਂਸੀਬਿਲਿਟੀ ਲੈਣ। ਥਰਡ ਹੈ ਬੋਥ ਟੀਚਰਸ ਐਂਡ ਲਰਨਰਸ ਟੇਕ ਰਿਸਪੋਂਸੀਬਿਲਿਟੀ ਆਫ देयर ਓਨ ਪ੍ਰੋਗਰੈਸ, ਠੀਕ ਹੈ। ਤਾਂ ਜਿਹੜੇ ਟੀਚਰਸ ਨੇ ਤੇ ਲਰਨਰ ਦੋਨੋਂ ਹੀ ਰਿਸਪੋਂਸੀਬਿਲਿਟੀ ਲੈਣ ਕਿ ਆਪਣੀ ਉਹ ਪ੍ਰੋਗਰੈਸ ਕਰਨੀ ਉਹਨਾਂ ਨੇ, ਓਕੇ। ਨੈਕਸਟ ਹੈ ਐਕਸਟਰਨਲ ਬੈਂਚਮਾਰਕ ਆਰ ਸੁਜੈਸਟਡ ਬਾਏ ਦ ਐਕਸਪਰਟਸ, ਜਾਂ ਫਿਰ ਐਕਸਟਰਨਲ ਬੈਂਚਮਾਰਕਸ ਜਿਹੜੇ ਅਲੱਗ ਤੋਂ ਸੁਝਾਅ, ਮਤਲਬ ਬਾਹਰੋਂ ਉਹਨਾਂ ਨੂੰ ਐਕਸਪਰਟਸ ਦੁਆਰਾ ਸੁਝਾਅ ਜਿਹੜੇ ਦਿੱਤੇ ਜਾਂਦੇ ਨੇਗੇ, ਠੀਕ ਹੈ,
ਵੀ ਉਹਨਾਂ ਨੂੰ ਫੋਲੋ ਕੀਤਾ ਜਾਵੇ। ਤਾਂ ਅਸੀਂ ਦੇਖਣਾ ਗਾ ਕਿ ਜਦੋਂ ਫਾਰਮੇਟਿਵ ਇਵੈਲੂਏਸ਼ਨ ਮੀਨਿੰਗਫੁਲ ਬਣਾਉਣਾ ਗਾ ਤਾਂ ਉਹਦੇ ਵਿੱਚ ਟੀਚਰ ਨੂੰ ਵੀ ਆਪਣੇ ਮੈਥਡ ਜੋ ਯੂਜ਼ ਕਰਦੇ ਨੇ ਉਹ ਹੈ ਨਾ ਉਹਨਾਂ ਦੀ ਇਵੈਲੂਏਸ਼ਨ ਵੀ ਕਰਨੀ ਚਾਹੀਦੀ ਹੈਗੀ, ਅਤੇ ਬੱਚੇ ਨੂੰ ਵੀ ਉਹਦੇ ਵੀ ਜੋ ਵੀ ਉਹਨੂੰ ਪੜ੍ਹਾਇਆ ਸਿਖਾਇਆ ਗਿਆ ਉਹਦੀ ਇਵੈਲੂਏਸ਼ਨ ਵੀ ਜ਼ਰੂਰੀ ਆ। ਤਾਂ ਇਵੈਲੂਏਸ਼ਨ ਨੂੰ ਮੀਨਿੰਗਫੁਲ ਬਣਾਉਣ ਦੇ ਲਈ ਜੇ ਬੱਚਾ ਦੋਨਾਂ ਨੂੰ ਰਿਸਪੋਂਸੀਬਲ ਹੋਣਾ ਜ਼ਰੂਰੀ ਆ, ਟੀਚਰਸ ਲਈ ਵੀ ਬੱਚੇ ਲਈ ਵੀ, ਅਤੇ ਸਾਡੀ ਥਰਡ ਆਪਸ਼ਨ ਇਹਦੇ ਵਿੱਚ ਬਿਲਕੁਲ ਸਹੀ ਬਣ ਜਾਂਦੀ ਹੈ ਜੀ। ਨੈਕਸਟ ਹੈ ਲੈਂਗੁਏਜ ਇਵੈਲੂਏਸ਼ਨ ਸ਼ੁੱਡ ਫੋਕਸ ਔਨ। ਲੈਂਗੁਏਜ ਇਵੈਲੂਏਸ਼ਨ ਭਾਸ਼ਾ ਮੁਲਾਂਕਣ ਦਾ ਜਿਹੜਾ ਕਿਸ ਚੀਜ਼ 'ਤੇ ਫੋਕਸ ਕਰਨਾ ਚਾਹੀਦਾ। ਫਸਟ ਹੈ ਅਚੀਵਮੈਂਟ ਵਿਦ ਰਿਸਪੈਕਟ ਟੂ ਪਰਟੀਕੂਲਰ ਸਿਲੇਬਾਈ। ਕੀ ਹੁੰਦਾ ਗਾ ਕਹਿੰਦੇ ਵੀ ਅਚੀਵਮੈਂਟ ਦੇਖਣੀ ਹੈ ਬੱਚੇ ਦੀ ਪਰਟੀਕੂਲਰ ਜਿਹੜੇ ਸਪੈਸ਼ਲ ਸਿਲੇਬਸ ਦੇ ਵਿੱਚ ਉਹਨੇ ਕਿੰਨੀ ਕੁ ਅਚੀਵਮੈਂਟ ਆਪਣੇ ਕੀਤੀ ਹੈਗੀ, ਜਿੰਨਾ ਕੁ ਉਹਦਾ ਪਰਟੀਕੂਲਰ ਸਿਲੇਬਸ ਉਹਨੂੰ ਮਿਲਿਆ ਸੀਗਾ ਕਰਨ ਦੇ ਲਈ, ਠੀਕ ਹੈ, ਉਹਦੇ ਵਿੱਚ ਬੱਚੇ ਦੀ ਕਿੰਨੀ ਕੁ ਇੰਪਰੂਵਮੈਂਟ ਹੋਈ ਹੈ, ਕਿੰਨੀ ਕੁ ਉਹਨੇ ਚੀਜ਼ ਨੂੰ ਅਚੀਵ ਕੀਤਾ ਗਾ। ਜਾਂ ਫਿਰ ਸੈਕਿੰਡ ਆਈ ਮੈਜ਼ਰਮੈਂਟ ਆਫ ਲੈਂਗੁਏਜ ਪ੍ਰੈਫਰੈਂਸੀ। ਤਾਂ ਜਿਹੜੀ ਲੈਂਗੁਏਜ ਪ੍ਰੋਫੀਸ਼ੀਐਂਸੀ ਹੁੰਦੀ ਹੈਗੀ, ਜਿਹੜੀ ਹੈ ਨਾ ਭਾਸ਼ਾ ਕੁਸ਼ਲਤਾ ਹੁੰਦੀ ਹੈਗੀ, ਉਹਨੂੰ ਮੈਜ਼ਰ ਕਰਨਾ ਗਾ ਬੱਚੇ ਦੀ ਨੂੰ। ਤਾਂ ਲੈਂਗੁਏਜ ਇਵੈਲੂਏਸ਼ਨ ਦੇ ਵਿੱਚ ਜਾਂ ਫਿਰ ਕਹਿੰਦੇ ਬੋਥ ਆਫ ਦੀਜ਼ ਜਾਂ ਨਨ ਆਫ ਦੀਜ਼, ਠੀਕ ਹੈ। ਤਾਂ ਇਹਦੇ ਵਿੱਚ ਕੀ ਹੈਗਾ ਲੈਂਗੁਏਜ ਇਵੈਲੂਏਸ਼ਨ ਦਾ ਫੋਕਸ ਕੀ ਹੋਣਾ ਚਾਹੀਦਾ, ਕਹਿੰਦੇ ਅਚੀਵਮੈਂਟ ਵੇਖਣੀ, ਅਸੀਂ ਇਵੈਲੂਏਟ ਕਰਨਾ ਉਹਨਾਂ ਨੂੰ, ਤਾਂ ਇਵੈਲੂਏਟ ਕਰਾਂਗੇ ਤਾਂ ਉਹਨਾਂ ਦੀ ਅਚੀਵਮੈਂਟ ਵੇਖਾਂਗੇ, ਠੀਕ ਹੈ। ਤਾਂ ਅਚੀਵਮੈਂਟ ਵਿਦ ਰਿਸਪੈਕਟ ਟੂ ਪਰਟੀਕੁਲਰਲੀ ਸਿਲੇਬਾਈ ਔਰ ਮੈਜ਼ਰਮੈਂਟ ਆਫ ਲੈਂਗੁਏਜ ਪ੍ਰੋਫੀਸ਼ੀਐਂਸੀ। ਤਾਂ ਸਾਡੀ ਥਰਡ ਆਪਸ਼ਨ ਬਿਲਕੁਲ ਸਹੀ ਬਣ ਜਾਏਗੀ, ਬੋਥ ਆਫ ਦੀਜ਼। ਨੈਕਸਟ ਹੈ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨਾਟ ਟਰੂ ਅਬਾਊਟ ਰੀਡਿੰਗ। ਅਸੀਂ ਨਾਟ ਟਰੂ ਵੇਖਣਾ ਪਹਿਲਾਂ, ਤਾਂ ਇਹ ਧਿਆਨ 'ਚ ਰੱਖਣਾ ਕਿਸ ਚੀਜ਼ ਨਾਲ ਰਿਲੇਟਡ, ਰੀਡਿੰਗ ਨਾਲ, ਓਕੇ, ਕਿਹੜਾ ਇਹਨਾਂ 'ਚੋਂ ਸਹੀ ਨਹੀਂ ਆ। ਫਸਟ ਦੇਖਦੇ ਹਾਂ ਰੀਡਿੰਗ ਇਜ਼ ਅ ਟਰਾਂਸਫੇਰੇਬਲ ਸਕਿੱਲ। ਕਹਿੰਦੇ ਰੀਡਿੰਗ ਹੈ ਜਿਹੜੀ ਉਹ ਟਰਾਂਸਫੇਰੇਬਲ ਸਕਿੱਲ ਹੁੰਦੀ ਹੈ, ਹਾਂਜੀ ਠੀਕ ਹੈ। ਸੈਕਿੰਡ ਹੈ ਮਦਰ ਟੰਗ ਰੀਡਿੰਗ ਫੇਲਿਊਰ ਡਜ਼ ਨਾਟ ਐਡਵਰਸਲੀ ਅਫੈਕਟ ਸੈਕੰਡ ਲੈਂਗੁਏਜ ਰੀਡਿੰਗ। ਜੇ ਕਹਿੰਦੇ ਮਦਰ ਟੰਗ ਦੇ ਵਿੱਚ ਰੀਡਿੰਗ ਦੇ ਵਿੱਚ ਬੱਚਾ ਕਹਿੰਦੇ ਫੇਲ ਹੋ ਜਾਂਦਾ, ਮਤਲਬ ਬੱਚੇ ਨੂੰ ਆਪਣੀ ਮਾਤ ਭਾਸ਼ਾ ਦੇ ਵਿੱਚ ਜਿਹੜਾ ਹੈਗਾ ਕੁਛ ਵੀ ਰੀਡ ਆਊਟ ਨਹੀਂ ਕਰਨਾ ਆਉਂਦਾ ਹੈਗਾ ਗਾ, ਡਜ਼ ਨਾਟ ਐਡਵਰਸਲੀ ਅਫੈਕਟ ਸੈਕੰਡ ਲੈਂਗੁਏਜ ਰੀਡਿੰਗ। ਤਾਂ ਕਹਿੰਦੇ ਇਹਦਾ ਕੀ ਹੈਗਾ ਜਦੋਂ ਬੱਚੇ ਨੇ ਸੈਕੰਡ ਲੈਂਗੁਏਜ ਨੂੰ ਰੀਡ ਕਰਨਾ ਉਹਦੇ ਉੱਪਰ ਉਲਟ ਪ੍ਰਭਾਵ ਨਹੀਂ ਪਵੇਗਾ। ਇਹਨਾਂ ਦੇ ਕਹਿਣ ਦਾ ਭਾਵ ਹੈ ਵੀ ਜੇ ਬੱਚੇ ਨੂੰ ਆਪਣੀ ਮਦਰ ਟੰਗ ਦੇ ਵਿੱਚ ਕੋਈ ਵੀ ਚੀਜ਼ ਨੂੰ ਰੀਡ ਨਹੀਂ ਕਰਨਾ ਆਉਂਦਾ ਤਾਂ ਇਹ ਨਹੀਂ ਹੈਗਾ ਕਿ ਬੱਚੇ ਨੂੰ ਸੈਕੰਡ ਲੈਂਗੁਏਜ ਨੂੰ ਵੀ ਰੀਡ ਕਰਨਾ ਨਾ ਆਊਗਾ, ਠੀਕ ਹੈ, ਵੀ ਉਹਦੇ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ, ਉਹ ਅਲੱਗ ਹੈ, ਉਹ ਅਲੱਗ ਹੈ। ਨੈਕਸਟ ਹੈ ਇੰਟੈਂਸਿਵ ਰੀਡਿੰਗ ਹੈਲਪ ਅਸ ਟੂ ਡਿਵੈਲਪ ਲਿੰਗੁਇਸਟਿਕ ਸਕਿੱਲਸ। ਇੰਟੈਂਸਿਵ ਰੀਡਿੰਗ ਕਿਹੜੀ ਹੁੰਦੀ ਹੈ, ਜਿਹੜੀ ਪੂਰੀ ਇੰਟੈਂਸ ਹੋ ਕੇ ਅਸੀਂ ਪੜ੍ਹਦੇ ਹਾਂਗੇ, ਠੀਕ ਹੈ, ਮੀਨਿੰਗ ਕੱਢਣ ਦੇ ਲਈ ਪੜ੍ਹੀ ਜਾਂਦੀ ਹੈਗੀ, ਤਾਂ ਉਹਦੇ ਨਾਲ ਕੀ ਲਿੰਗੁਇਸਟਿਕ ਸਕਿੱਲਸ ਤਾਂ ਡਿਵੈਲਪ ਹੋਣਗੀਆਂ, ਠੀਕ ਹੈ। ਆਈ ਸਪੈਨ ਇਜ਼ ਅ ਸਬ ਸਕਿੱਲ ਆਫ ਰੀਡਿੰਗ। ਤਾਂ ਰੀਡਿੰਗ ਦੀ ਇੱਕ ਸਬ ਸਕਿੱਲ ਹੁੰਦੀ ਹੈ, ਕਹਿੰਦੇ ਉਹ ਕਿਹੜੀ ਆ, ਆਈ ਸਪੈਨ। ਤਾਂ ਆਈ ਸਪੈਨ ਕੀ ਹੁੰਦਾ ਗਾ ਵੀ ਇਹਦਾ ਮਤਲਬ ਹੁੰਦਾ ਵੀ ਇੱਕ ਅੱਖ ਦੇ ਝਪਕੇ ਦੇ ਵਿੱਚ ਅਸੀਂ ਕਿੰਨੇ ਸ਼ਬਦਾਂ ਨੂੰ ਰੀਡ ਕਰ ਜਾਂਦੇ ਹੈਗੇ, ਠੀਕ ਹੈ, ਅ ਨੰਬਰ ਆਫ ਵਰਡਸ ਕਿੰਨੇ ਅਸੀਂ ਉਹਨਾਂ ਨੂੰ ਰੀਡ ਕਰ ਦਿਆਂਗੇ ਇੱਕ ਅੱਖ ਝਪਕਣ ਦੇ ਦੇਰੀ ਦੇ ਵਿੱਚ, ਉਹਨੂੰ ਅਸੀਂ ਆਈ ਸਪੈਨ ਬੋਲਦੇ ਹਾਂ। ਤਾਂ ਇਹ ਵੀ ਰੀਡਿੰਗ ਦੀ ਸਬ ਸਕਿੱਲ ਹੈਗੀ ਹੈ, ਠੀਕ ਹੈ। ਤਾਂ ਇਹਦੇ ਅਕੋਰਡਿੰਗ ਕੀ ਹੁੰਦਾ ਜੀ ਸਾਡਾ ਆਨਸਰ ਆ ਜਾਏਗਾ ਜਿਹੜਾ ਹੈਗਾ ਬਣ ਜਾਂਦਾ ਇਸ ਵਿੱਚ ਸਾਡਾ ਜਿਹੜੀ ਮਦਰ ਟੰਗ ਰੀਡਿੰਗ ਹੁੰਦੀ ਹੈ, ਕਹਿੰਦੇ ਜੇ ਬੱਚਾ ਆਪਣੀ ਮਾਤ ਭਾਸ਼ਾ ਨੂੰ ਹੀ ਬੋਲਣ ਦੇ ਕਾਬਿਲ ਨਹੀਂ ਹੈ ਤਾਂ ਉਹ ਸੈਕੰਡ ਲੈਂਗੁਏਜ ਨੂੰ ਵੀ ਸਿੱਖਣ ਦੇ ਕਾਬਿਲ ਨਹੀਂ ਹੋਊਗਾ ਨਾ। ਤਾਂ ਸਾਡੀ ਸੈਕੰਡ ਆਪਸ਼ਨ ਸਹੀ ਬਣ ਜਾਂਦੀ ਨਾਟ ਟਰੂ। ਅਸੀਂ ਦੇਖਣਾ ਸੀ ਕਿ ਉਹਦਾ ਉਲਟਾ ਪ੍ਰਭਾਵ ਨਹੀਂ ਪੈਂਦਾ, ਬਿਲਕੁਲ ਉਹਦਾ ਉਲਟਾ ਪ੍ਰਭਾਵ ਪਵੇਗਾ ਜੀ। ਨੈਕਸਟ ਕੁਐਸਚਨ ਹੈ ਇਨਪੁਟ ਰਿਚ ਕਮਿਊਨੀਕੇਸ਼ਨਲ ਐਨਵਾਇਰਨਮੈਂਟ ਆਰ ਅ ਪ੍ਰੀ ਰੈਕੁਸਾਈਟ ਫॉर ਲਰਨਿੰਗ ਲੈਂਗੁਏਜ ਲਰਨਿੰਗ, ਠੀਕ ਹੈ। ਕਹਿੰਦੇ ਜਿਹੜਾ ਇਨਪੁਟ ਰਿਚ ਕਮਿਊਨੀਕੇਸ਼ਨਲ ਐਨਵਾਇਰਨਮੈਂਟ ਹੁੰਦਾ ਬੱਚੇ ਨੂੰ ਇਨਪੁਟ ਮਤਲਬ ਕਮਿਊਨੀਕੇਸ਼ਨ ਕਰਨ ਦਾ ਜਿਹੜਾ ਹੈਗਾ ਗਾ ਮੌਕੇ ਦਿੱਤੇ ਜਾ ਰਹੇ ਨੇਗੇ, ਇਸ ਤਰ੍ਹਾਂ ਦਾ ਇਨਵਾਇਰਨਮੈਂਟ ਕ੍ਰੀਏਟ ਕੀਤਾ ਜਾ ਰਿਹਾ ਹੈਗਾ। ਇਸ ਦਾ ਇਹ ਇੱਕ ਮੁੱਢਲੀ ਜ਼ਰੂਰਤ ਹੁੰਦੀ ਹੈਗੀ ਲੈਂਗੁਏਜ ਨੂੰ ਲਰਨ ਕਰਨ ਦੇ ਵਿੱਚ। ਵਿਚ ਆਊਟ ਆਫ ਦਾ ਫੋਲੋਇੰਗ ਫਾਲਸ ਅੰਡਰ ਦਾ ਡੋਮੇਨ ਆਫ ਇਨਪੁਟ। ਇਹਨਾਂ ਦੇ ਵਿੱਚੋਂ ਇਨਪੁਟ ਦੇ ਡੋਮੇਨ ਅੰਦਰ ਕਿਹੜੇ ਕਿਹੜੇ ਆਉਂਦੇ ਨੇਗੇ, ਠੀਕ ਹੈ। ਫਸਟ ਹੈ ਲਰਨਰ ਚੂਜ਼ਨ ਟੈਕਸਟ, ਲਰਨਰ ਦੁਆਰਾ ਚੂਜ਼ ਕੀਤੇ ਹੋਏ ਟੈਕਸਟ ਜਿਹੜੇ ਉਹ ਪੜ੍ਹਨੇ ਚਾਹੁੰਦਾ ਗਾ, ਠੀਕ ਹੈ। ਸੈਕੰਡ ਕਲਾਸ ਲਾਇਬ੍ਰੇਰੀ ਜਾਂ ਫਿਰ ਜਿਹੜੀਆਂ ਕਲਾਸ ਲਾਇਬ੍ਰੇਰੀ ਸਕੂਲ ਦੇ ਵਿੱਚ ਹੁੰਦੀਆਂ ਨੇ ਉਹ ਆ। ਜਾਂ ਥਰਡ ਮੀਡੀਆ ਸਪੋਰਟ, ਜਿਹੜੀ ਮੀਡੀਆ ਦੁਆਰਾ ਵੀ ਸਪੋਰਟ ਮਿਲਦੀ ਹੈ ਬੱਚੇ ਨੂੰ ਨਾ। ਜਾਂ ਫਿਰ ਫੋਰਥ ਹੈ ਜੀ ਆਲ ਆਫ ਦੀਜ਼। ਤਾਂ ਅਸੀਂ ਕੀ ਦੇਖਣਾ ਗਾ ਕਿ ਕਮਿਊਨੀਕੇਸ਼ਨ ਦੇ ਯੋਗ ਬਣਾਉਣਾ ਗਾ ਬੱਚੇ ਨੂੰ, ਉਨਾ ਵਧੀਆ ਮਾਹੌਲ ਕ੍ਰੀਏਟ ਕਰਨਾ ਕਿ ਬੱਚਾ ਲੈਂਗੁਏਜ ਦੇ ਵਿੱਚ ਜਿਹੜੀ ਹੈਗੀ ਟਾਰਗੇਟ ਲੈਂਗੁਏਜ ਹੈ ਜੋ ਵੀ ਉਹਦੇ ਵਿੱਚ ਕੀ ਹੈਗਾ ਬੱਚਾ ਕਮਿਊਨੀਕੇਟ ਕਰਨਾ ਸਿੱਖ ਲਵੇ, ਹੈ ਨਾ। ਤਾਂ ਜੇ ਉਹ ਲਰਨਰ ਦੇ ਰੁਚੀ ਦੇ ਅਨੁਸਾਰ ਹੋਣਗੇ, ਲਰਨਰ ਚੂਜ਼ਨ ਮਤਲਬ ਬੱਚੇ ਦੇ ਇੰਟਰਸਟ ਦੇ ਅਕੋਰਡਿੰਗ ਨਾ ਉਹਨੇ ਚੁਣੇ ਹੋਏ ਹੋਣਗੇ, ਤਾਂ ਲਾਇਬ੍ਰੇਰੀਜ਼ ਵੀ ਹੈਲਪ ਕਰਨਗੇ, ਮੀਡੀਆ ਦਾ ਸਪੋਰਟ ਹੋਊਗਾ ਉਹ ਵੀ ਹੈਲਪ ਕਰੇਗਾ। ਤਾਂ ਇਹਦਾ ਆਨਸਰ ਬਣ ਜਾਏਗਾ ਸਾਡੇ ਕੋਲ ਆਲ ਆਫ ਦੀਜ਼। ਨੈਕਸਟ ਹੈ ਟੀਚਰ ਸ਼ੁੱਡ ਕੰਸਿਡਰ ਅ ਚਾਈਲਡ ਪ੍ਰੋਸਪੈਕਟਿਵ ਲਰਨਿੰਗ ਪਾਵਰ ਬਿਫੋਰ trying to expand the child grasp of language. These are view of, ਕਹਿੰਦੇ ਇਹ ਇੱਕ ਵਿਊ ਦਿੱਤੇ ਹੋਏ ਨੇਗੇ ਕਿ ਕਿਹੜੇ ਪਰਸਨ ਦੇ ਵਿਊ ਨੇਗੇ ਕਿ ਜਿਹਦੇ ਵਿੱਚ ਕਿਹਾ ਗਿਆ
कि ਜਿਹੜਾ ਬੱਚਾ ਗਾ ਸੌਰੀ ਟੀਚਰ ਨੇ ਜਿਹੜੇ ਉਹਨਾਂ ਨੂੰ ਬੱਚੇ ਨੂੰ ਕੋਈ ਵੀ ਲੈਂਗੁਏਜ ਦੇ ਵਿੱਚ ਪਕੜ ਮਜ਼ਬੂਤ ਕਰਨ ਤੋਂ ਪਹਿਲਾਂ ਤਾਂ ਉਹਦਾ ਕੀ ਦੇਖਣਾ ਚਾਹੀਦਾ ਗਾ, ਉਹਦਾ ਬੱਚੇ ਦੀ ਐਬਿਲਿਟੀ ਚੈੱਕ ਕਰਨੀ ਚਾਹੀਦੀ ਹੈ। ਠੀਕ ਹੈ, ਵੀ ਲੈਂਗੁਏਜ ਨੂੰ ਸਿੱਖਣ ਦੇ ਕਿੰਨਾ ਕੁ ਯੋਗ ਹੈ ਬੱਚਾ, ਕਿੰਨੀ ਕੁ ਪੋਸੀਬਿਲਿਟੀ ਹੈਗੀ ਆ, ਪ੍ਰੋਸਪੈਕਟਿਵ ਹੈਗੇ ਨੇ। ਠੀਕ ਹੈ, ਕਿੰਨੀ ਕੁ ਪੋਸੀਬਿਲਿਟੀ ਹੈਗੀ ਕੋਈ ਬੱਚਾ ਗਾ ਜਿਹੜਾ ਕਿੰਨੀ ਕੁ ਐਬਿਲਿਟੀ ਦੇ ਨਾਲ ਕਿਸੇ ਵੀ ਲੈਂਗੁਏਜ ਨੂੰ ਸਿੱਖ ਸਕਦਾ, ਇਹ ਚੈੱਕ ਕਰਨਾ ਜ਼ਰੂਰੀ ਹੈ ਪਹਿਲਾਂ, ਇਸ ਤੋਂ ਪਹਿਲਾਂ ਕਿ ਬੱਚੇ ਨੂੰ ਕਹਿੰਦੇ ਵੀ ਲੈਂਗੁਏਜ ਦੇ ਉੱਪਰ ਪਕੜ ਬਣਾਈ ਜਾਵੇ ਬੱਚੇ ਦੀ। ਠੀਕ ਹੈ, ਤੇ ਕਿਹਦੇ ਵਿਊ ਸੀ ਜੀ, ਪਿਆਜ਼ੇ ਦੇ ਵੀ ਨਹੀਂ ਹੈਗੇ ਇਹ ਵਿਊ, CJ ਡਾਟਸਨ, ਨੋਮ ਚੋਮਸਕੀ, ਵਾਈਗੋਤਸਕੀ। ਠੀਕ ਹੈ, ਤਾਂ ਇਹ ਅਸੀਂ ਦੇਖਦੇ ਹਾਂ ਕਿ ਵਿਊਜ਼ ਜਿਹੜੇ ਦਿੱਤੇ ਹੋਏ ਨੇ ਉਹ ਕਿਹਦੇ ਨੇਗੇ, ਤਾਂ ਆਪਣਾ ਆਨਸਰ ਕੀ ਆਊਗਾ ਇਹਦੇ ਵਿੱਚ। ਤਾਂ ਅਸੀਂ ਦੇਖਦੇ ਹਾਂ ਕਿ ਇਹ ਜਿਹੜੇ ਹੈਗੇ ਨੇਗੇ ਸਾਡੇ CH ਡਾਟਸਨ ਨੇ ਵੀ ਨਹੀਂ ਦਿੱਤੇ ਹੋਏ, ਨੋਮ ਚੋਮਸਕੀ ਨੇ ਵੀ ਨਹੀਂ, ਤਾਂ ਇਹ ਵਿਊਜ਼ ਹੈਗੇ ਨੇ ਵਾਈਗੋਤਸਕੀ ਦੇ। ਓਕੇ, ਨੈਕਸਟ ਹੈ ਲੈਂਗੁਏਜ ਇਜ਼ ਅ ਸਿਸਟਮ ਆਫ ਆਰਬਿਟਰੀ vocal symbol by means which a social group cooperates is stated by means of which गलत लिखा पाया। Language is a system of arbitrary vocal symbols by means which a social group cooperates। ठीक है, is stated by ओके ਇੱਥੇ ਤੱਕ ਆਪਣਾ ਕੁਐਸਚਨ। ਤਾਂ ਇਹ ਸਟੇਟਮੈਂਟ ਕਿਹਨੇ ਦਿੱਤੀ ਹੋਈ ਹੈਗੀ, ਠੀਕ ਹੈ, ਇਹ ਸਟੇਟਮੈਂਟ ਦਿੱਤੀ ਹੈਗੀ ਤਾਂ ਅਸੀਂ ਦੇਖਦੇ ਹਾਂ ਕਿ ਲੂਇਸ ਐਚ ਗ੍ਰੇ ਨੇ ਦਿੱਤੀ ਹੈ, ਨਹੀਂ ਜੀ, ਬਰਨਾਰਡ ਬਲੋਚ ਐਂਡ ਜਾਰਜ ਐਲ ਟ੍ਰੈਜਰ, ਮਾਈਕਲ ਗਸਟੈਂਸਿਗ ਜਾਂ ਫਿਰ ਨਿਕੋਲਸ ਹਾਂਸ। ਤਾਂ ਇਹ ਸਾਡੀ ਦਿੱਤੀ ਹੋਈ ਹੈ ਸੈਕੰਡ ਆਪਸ਼ਨ ਆਊਗੀ ਜੀ, ਬਰਨਾਰਡ ਬਲੋਚ ਐਂਡ ਜਾਰਜ ਐਲ ਟ੍ਰੈਜਰ। ਨੈਕਸਟ ਹੈ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨਾਟ ਟਰੂ ਅਬਾਊਟ ਲੈਂਗੁਏਜ। ਲੈਂਗੁਏਜ ਦੇ ਪ੍ਰਤੀ ਕਿਹੜੀ ਚੀਜ਼ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਜਿਹੜੀ ਗਲਤ ਹੈਗੀ ਸਹੀ ਨਹੀਂ ਹੈਗੀ ਆ। ਫਸਟ ਦੇਖਦੇ ਹਾਂ, ਲੈਂਗੁਏਜ ਇਜ਼ ਨਾਟ ਅ ਆਊਟਕਮ ਆਫ ਦਾ ਕਲਚਰ ਟੂ ਵਿਚ ਇਜ਼ ਬਿਲੋਂਗਸ। ਕਹਿੰਦੇ ਲੈਂਗੁਏਜ ਕੀ ਹੈਗਾ ਸਾਡੇ ਕਲਚਰ ਦੀ ਆਊਟਕਮ ਨਹੀਂ ਹੈਗੀ ਆ, ਕਲਚਰ ਤੋਂ ਪ੍ਰੋਡਕਟ ਨਹੀਂ ਹੁੰਦੀ ਹੈ ਜਿਹਦੇ ਨਾਲ ਉਹ ਬਿਲੋਂਗ ਕਰਦੇ ਹੈਗੇ ਅਸੀਂ। ਲੈਂਗੁਏਜ ਇਜ਼ ਅ ਸਕਿੱਲ ਐਂਡ ਇਟ ਹੈਜ਼ ਟੂ ਬੀ ਅਕਵਾਇਰਡ। ਲੈਂਗੁਏਜ ਇੱਕ ਸਕਿੱਲ ਹੈ ਕਿ ਕੌਸ਼ਲ ਹੈ, ਸਾਨੂੰ ਪਤਾ ਗਾ, ਅਤੇ ਇਕਵਾਇਰਡ ਕੀਤੀ ਜਾਣੀ ਚਾਹੀਦੀ ਹੈ, ਅਰਜਿਤ ਕੀਤੀ ਜਾਣੀ ਚਾਹੀਦੀ ਹੈ ਨਾ, ਕੀਤੀ ਜਾਂਦੀ ਹੈ। ਦ ਸਿਸਟਮ ਆਫ ਲੈਂਗੁਏਜ ਕੰਸਿਸਟਡ ਆਫ ਸਾਊਂਡਸ, ਸਟਰਕਚਰਸ ਐਂਡ ਆਈਟਮਸ ਆਫ ਵੋਕੈਬਲਰੀ। ਤਾਂ ਲੈਂਗੁਏਜ ਦੇ ਸਿਸਟਮ ਵਿੱਚ ਲੈਂਗੁਏਜ ਦੇ ਵਿੱਚ ਕੀ ਆ ਜਾਂਦਾ ਗਾ, ਸਾਊਂਡ ਵੀ ਆ ਜਾਂਦੇ ਨੇ, ਸਟਰਕਚਰ ਵੀ ਆ ਜਾਂਦੇ ਨੇਗੇ ਹੈ ਨਾ, ਵੀ ਕੀ ਸੈਂਟੈਂਸ ਦਾ ਸਟਰਕਚਰ ਹੁੰਦਾ ਗਾ, ਅਤੇ ਉਹਦੇ ਵਿੱਚ ਸਾਡੀ ਵੋਕੈਬਲਰੀ ਵੀ ਆ ਜਾਂਦੀ ਹੈ, ਸ਼ਬਦਕੋਸ਼। ਠੀਕ ਹੈ, ਤਾਂ ਫੋਰਥ ਕਹਿੰਦੇ ਨੇ ਦ ਸਿੰਬਲਸ ਆਫ ਅ ਲੈਂਗੁਏਜ ਆਰ ਆਰਬਿਟਰੇਰੀ। ਕਹਿੰਦੇ ਜਿਹੜੇ ਲੈਂਗੁਏਜ ਦੇ ਕੋਈ ਵੀ ਸਿੰਬਲ ਹੁੰਦੇ ਨੇ ਤਾਂ ਆਰਬਿਟਰੇਰੀ ਮਤਲਬ ਸਵੈਇਛਕ ਹੁੰਦੇ ਨੇ। ਤਾਂ ਇਹਦਾ ਮਤਲਬ ਇਹ ਕਿ ਹਰ ਇੱਕ ਲੈਂਗੁਏਜ ਦੇ ਆਪਣੇ ਹੀ ਸਿੰਬਲਸ ਹੁੰਦੇ ਨੇ। ਠੀਕ ਹੈ, ਜਿਸ ਤਰ੍ਹਾਂ ਨਾਲ ਇੰਗਲਿਸ਼ ਆ ਉਹਦੇ ਅਲੱਗ ਤੋਂ ਨੇ ਇੰਗਲਿਸ਼ ਦੇ। ਠੀਕ ਹੈ, ਪੰਜਾਬੀ ਆ ਪੰਜਾਬੀ ਦੇ ਅਲੱਗ ਤੋਂ ਨੇ, ਹਿੰਦੀ ਲੈਂਗੁਏਜ ਆ ਹਿੰਦੀ ਦੇ ਅਲੱਗ ਤੋਂ ਨੇ। ਤਾਂ ਹਰ ਇੱਕ ਲੈਂਗੁਏਜ ਦੇ ਆਪਣੇ ਅਲੱਗ-ਅਲੱਗ ਸਿੰਬਲਸ ਹੁੰਦੇ ਨੇਗੇ। ਤਾਂ ਅਸੀਂ ਕਿਹੜਾ ਦੇਖਣਾ ਸੀ ਜੀ, ਨਾਟ ਟਰੂ ਦੇਖਣਾ ਸੀ। ਅਸੀਂ ਕੀ ਦੇਖਿਆ ਵੀ ਇਹ ਸਕਿੱਲ ਵੀ ਹੈਗੀ ਆ, ਇਹਦੇ ਵਿੱਚ ਕੀ ਆ ਸਾਊਂਡ ਸਟਰਕਚਰ ਵਗੈਰਾ ਵੀ ਦਿੱਤਾ ਜਾਂਦਾ, ਇਹਨਾਂ ਦੇ ਸਿੰਬਲਸ ਵੀ ਅਲੱਗ-ਅਲੱਗ ਹੁੰਦੇ ਨੇ। ਤਾਂ ਕਹਿੰਦੇ ਇਹਨਾਂ ਨੇ ਨਾਟ ਲਿਖ ਰੱਖਿਆ। ਲੈਂਗੁਏਜ ਇਜ਼ ਨਾਟ ਆਊਟਕਮ ਆਫ ਦ ਕਲਚਰ ਟੂ ਵਿਚ ਇਜ਼ ਬਿਲੋਂਗ। ਲੈਂਗੁਏਜ ਤਾਂ ਕਲਚਰ ਦੇ ਵਿੱਚੋਂ ਨਿਕਲਦੀ ਹੈ ਨਾ, ਤਾਂ ਇਸ ਲਈ ਇਹਦੇ ਨਾਟ ਨਹੀਂ ਆਊਗਾ, ਇਹ ਵਾਲੀ ਨਾਟ ਟਰੂ ਆ ਜਾਏਗੀ ਫਸਟ ਆਪਸ਼ਨ। ਤਾਂ ਸਾਨੂੰ ਆਨਸਰ ਕਿਹੜਾ ਚਾਹੀਦਾ ਸੀ, ਇਹਦੇ ਵਿੱਚ ਨਾਟ ਟਰੂ ਵੇਖਣਾ ਸੀ, ਤਾਂ ਨਾਟ ਟਰੂ ਕਿਹੜਾ ਜੀ, ਫਸਟ ਆ ਜਾਏਗਾ। ਨੈਕਸਟ ਹੈ ਹੂ ਕਲੇਮਡ ਲੈਂਗੁਏਜ ਐਜ਼ ਅ ਮੈਂਟਲ ਔਰਗਨ। ਹਾਂਜੀ, ਲੈਂਗੁਏਜ ਨੂੰ ਇੱਕ ਮੈਂਟਲ ਔਰਗਨ ਦੇ ਤੌਰ 'ਤੇ ਕਿਹਨੇ ਦੱਸਿਆ ਗਾ। ਠੀਕ ਹੈ, ਤਾਂ ਇਹ ਬਹੁਤ ਹੀ ਪ੍ਰਸਿੱਧ ਹੈ ਜੀ, ਆਪਣਾ ਫੇਮਸ ਹੈ ਨੋਮ ਚੋਮਸਕੀ। ਠੀਕ ਹੈ, ਨੋਮ ਚੋਮਸਕੀ ਨੇ ਲੈਂਗੁਏਜ 'ਤੇ ਬਹੁਤ ਸਾਰੀ ਮਤਲਬ ਐਕਸਪਲੇਨੇਸ਼ਨ ਦਿੱਤੀ ਹੈ, ਅਤੇ ਉਹਨੇ ਕਿਹਾ ਗਿਆ ਕਿ ਲੈਂਗੁਏਜ ਕੀ ਹੈ, ਇੱਕ ਮੈਂਟਲ ਔਰਗਨ ਹੈ, ਮਾਈਂਡ ਨਾਲ ਸੰਬੰਧਿਤ ਹੁੰਦੀ ਹੈਗੀ ਇਹ। ਨੈਕਸਟ ਹੈ ਜੀ ਦੇयर ਇਜ਼ ਐਟ ਲੀਸਟ ਵਨ ਕਰੈਕਟਰਿਸਟਿਕਸ ਦੈਟ ਇਜ਼ ਕਾਮਨ ਟੂ ਐਵਰੀ ਸਕਸੈਸਫੁਲ ਲੈਂਗੁਏਜ। ਕਹਿੰਦੇ ਘੱਟੋ ਘੱਟ ਇੱਥੇ ਇੱਕ ਵਿਸ਼ੇਸ਼ਤਾ ਇਹੋ ਜਿਹੀ ਹੁੰਦੀ ਹੈ ਕਿ ਜਿਹੜੀ ਕਿ ਹਰ ਇੱਕ ਸਕਸੈਸਫੁਲ ਲੈਂਗੁਏਜ ਦੇ ਨਾਲ ਸੰਬੰਧਿਤ ਹੁੰਦੀ ਆ। ਲਰਨਿੰਗ ਐਕਸਪੀਰੀਅੰਸਿਸ ਵੀ ਹੈਵ ਐਵਰ ਨੋਨ ਐਂਡ that the learner is exposed one way as another to an adequate amount of the data of the language to the learned. These are the views of। ਅੱਛਾ, ਇਹ ਕੀ ਦਿੱਤੇ ਹੋਏ ਨੇ ਕਿਸੇ ਮਤਲਬ ਰਾਈਟਰ ਦੇ ਦਿੱਤੇ ਹੋਏ ਨੇ ਵਿਊਜ਼, ਵੀ ਕਿਹਦੇ ਵਿਊ ਦਿੱਤੇ ਹੋਏ ਨੇ ਜਿਹਦੇ ਵਿੱਚ ਕਿਹਾ ਗਿਆ ਕਿ ਹਰ ਇੱਕ ਜਿਹੜੀ ਲੈਂਗੁਏਜ ਆ, ਕੋਈ ਵੀ ਸਕਸੈਸਫੁਲ ਲੈਂਗੁਏਜ ਆ, ਤਾਂ ਉਹਨਾਂ ਦੇ ਵਿੱਚੋਂ ਹੋਰ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਇੱਕ ਜਿਹੜੀ ਹੈਗੀ ਵਿਸ਼ੇਸ਼ਤਾ ਕਾਮਨ ਹੁੰਦੀ ਹੈ। ਠੀਕ ਹੈ, ਉਹਦੇ ਵਿੱਚ ਕੀ ਆ ਜਾਂਦੇ ਨੇ ਲਰਨਿੰਗ ਦੇ ਐਕਸਪੀਰੀਅੰਸਿਸ ਆ ਜਾਂਦੇ ਨੇਗੇ, ਕਹਿੰਦੇ ਹੈ ਨਾ, ਜਿਹੜੇ ਕਿ ਅਸੀਂ ਸਾਰੇ ਜਾਣਦੇ ਹੁੰਦੇ ਆਂਗੇ, ਅਤੇ ਉਹ ਇੱਕ ਤਰ੍ਹਾਂ ਨਾਲ ਕੀ ਕੀਤੇ ਜਾਂਦੇ ਨੇ, ਉਹਨੂੰ ਐਕਸਪੋਜ਼ ਕੀਤਾ ਜਾਂਦਾ ਗਾ ਕਿ ਲੈਂਗੁਏਜ ਕਿੰਨੀ ਕੁ ਅਮਾਊਂਟ ਦੇ ਵਿੱਚ ਲੈਂਗੁਏਜ ਕੀ ਹੈਗੀ ਹੈ ਲਰਨ ਹੋ ਚੁੱਕੀ ਹੈਗੀ, ਸਿੱਖ ਚੁੱਕੀ ਹੈਗਾ। ਠੀਕ ਹੈ, ਤਾਂ ਕਿਹਦੇ ਵਿਊ ਨੇ ਦੇਖੋ ਜੀ, ਪ੍ਰੋਫੈਸਰ ਪੀ ਗੁਰੇ
RH ਰੋਬਿਨਸ, ਪ੍ਰੋਫੈਸਰ VK ਗੋਕਕ ਜਾਂ ਫਿਰ ਰੁਦਰਫੋਰਡ। ਤਾਂ ਅਸੀਂ ਦੇਖਦੇ ਹਾਂ ਕਿ ਇਹ ਵਿਊਜ਼ ਦਿੱਤੇ ਹੋਏ ਨੇ ਜਿਹੜੇ ਉਹ ਰੁਦਰਫੋਰਡ ਨੇ ਦਿੱਤੇ ਹੋਏ ਨੇ। ਓਕੇ, ਤਾਂ ਫੋਰਥ ਆਪਸ਼ਨ ਆਊਗੀ ਰੁਦਰਫੋਰਡ ਦੁਆਰਾ ਕਿਹਾ ਗਿਆ ਇਹ ਚੀਜ਼। ਨੈਕਸਟ ਹੈ ਵਿਚ ਔਨ ਦ ਫੋਲੋਇੰਗ ਸਟੇਟਮੈਂਟ ਇਜ਼ ਟਰੂ ਅਬਾਊਟ ਸਕੀਮਿੰਗ। ਸਕੀਮਿੰਗ ਨੂੰ ਲੈ ਕੇ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਆ। ਹੁਣ ਅਸੀਂ ਟਰੂ ਵੇਖਣਾਗਾ। ਫਸਟ ਦੇਖੋ, ਇਟ ਮੀਨਸ ਦ ਡਿਟੇਲਡ ਸਟੱਡੀ ਆਫ ਟੈਕਸਟ ਬੁੱਕ ਫॉर ਥੋਰੋ ਮਾਸਟਰੀ ਆਫ ਦ ਲੈਂਗੁਏਜ। ਠੀਕ ਹੈ, ਤਾਂ ਇਹਦਾ ਮਤਲਬ ਕੀ ਹੈ, ਕਹਿੰਦੇ ਇੱਕ ਡਿਟੇਲ ਦੇ ਵਿੱਚ ਅਸੀਂ ਸਟੱਡੀ ਕਰਨੀ ਹੈ ਟੈਕਸਟ ਬੁੱਕ ਦੀ, ਮਤਲਬ ਜਿਹਦੇ ਵਿੱਚੋਂ ਕੀ ਹੈ ਕਿ ਸਾਰੀ ਲੈਂਗੁਏਜ ਦੀ ਅਸੀਂ ਥੋਰੋਲੀ ਮਾਸਟਰੀ ਹੋ ਸਕੇ। ਠੀਕ ਹੈ। ਸੈਕਿੰਡ, ਅਸੀਂ ਸਕੀਮਿੰਗ ਬਾਰੇ ਦੇਖਣਾਗਾ, ਤਾਂ ਇਹ ਟਰੂ ਨਹੀਂ ਹੈਗਾ, ਇਹ ਫਾਲਸ ਹੈ। ਠੀਕ ਹੈ, ਸਕੀਮਿੰਗ ਦੇ ਵਿੱਚ ਕੀ ਹੈਗਾ, ਡਿਟੇਲਡ ਸਟੱਡੀ ਨਹੀਂ ਆਉਂਦੀ ਹੁੰਦੀ। ਨੈਕਸਟ, ਇਟ ਇਜ਼ ਦ ਸਟੱਡੀ ਆਫ ਕੰਟੈਂਟ ਮਟੀਰੀਅਲ, ਵਰਡਸ, ਫਰੇਜ਼ਿਜ਼ ਐਂਡ ਦ ਸਟੱਡੀ ਆਫ ਗ੍ਰਾਮਰ ਬੇਸਡ ਔਨ ਇਟ। ਤਾਂ ਇਹ ਕੀ ਹੈਗਾ, ਇੱਕ ਪੂਰੇ ਕੰਟੈਂਟ ਦਾ ਅਸੀਂ ਮਟੀਰੀਅਲ ਦੀ ਸਟੱਡੀ ਕਰਨੀ ਆ, ਅਸੀਂ ਇਕੱਲੇ ਸ਼ਬਦ ਦੀ, ਫਿਰ ਫਰੇਜ਼ਿਜ਼ ਆ ਜਾਂਦੇ ਨੇ ਜਿਹੜੇ ਸ਼ਬਦਾਂ ਤੋਂ ਬਣਦੇ ਨੇ, ਜਾਂ ਪੂਰੀ ਦੀ ਗ੍ਰਾਮਰ ਦੀ ਸਟੱਡੀ ਕਰਨੀ ਹੈਗੀ, ਤਾਂ ਇਹ ਵੀ ਗਲਤ ਆ। ਨੈਕਸਟ ਹੈ ਇਟ ਇਜ਼ ਟੈਕਨੀਕ ਆਫ ਰੀਡਿੰਗ ਇਨ ਆਰਡਰ ਟੂ ਗੈਟ ਅ ਜਨਰਲ ਓਵਰਵਿਊ ਆਫ ਦ ਟੈਕਸਟ। ਠੀਕ ਹੈ, ਟੈਕਸਟ ਦਾ ਅਸੀਂ ਇੱਕ ਜਨਰਲ ਓਵਰਵਿਊ, ਕਾਮਨ ਜਾਂ ਓਵਰਵਿਊ ਦੇਖਣਾ, ਮਤਲਬ ਉਹਨੂੰ ਇੱਕ ਤਰ੍ਹਾਂ ਨਾਲ ਸੈਂਟਰਲ ਆਈਡੀ ਦਾ ਮੇਨ ਹੈ ਨਾ ਵੀ ਕੀ ਨਿਕਲ ਕੇ ਆ ਰਿਹਾ, ਉਹਦੇ ਵਿੱਚੋਂ ਗੱਲਬਾਤ ਕੀ ਕਹੀ ਜਾ ਰਹੀ ਹੈ, ਉਹ ਚੀਜ਼ ਨੂੰ ਚੈੱਕ ਕਰਨਾ। ਜਾਂ ਫਿਰ ਫੋਰਥ ਆ ਇਜ਼ ਐਨ ਐਕਟ ਆਫ ਰੀਡਿੰਗ ਬੈਕਵਰਡ, ਜਾਂ ਕੀ ਹੈਗਾ ਮਤਲਬ ਕਿ ਬੈਕਵਰਡ ਤੋਂ ਮਤਲਬ ਰੀਡਿੰਗ ਨੂੰ ਰੀਡ ਕਰਨਾ ਕੋਈ ਵੀ ਚੀਜ਼ ਨੂੰ ਹੈ ਨਾ, ਉਸ ਚੀਜ਼ ਨੂੰ ਕਹਿੰਦੇ ਕਿਹਾ ਜਾਂਦਾ ਗਾ ਵੀ ਜਿਹੜੀ ਕੀ ਹੈਗੀ ਸਕੀਮਿੰਗ ਹੈਗੀ। ਤਾਂ ਅਸੀਂ ਦੇਖਿਆ ਕਿ ਇਹਨੂੰ ਥੋਰੋਲੀ ਵੀ ਨਹੀਂ ਪੜ੍ਹਿਆ ਜਾਂਦਾ ਹੁੰਦਾ, ਇਹ ਪੂਰਾ ਵਰਡ ਫਰੇਜ਼ਿਜ਼ ਜਾਂ ਕੋਈ ਗ੍ਰਾਮਰ ਦੀ ਸਟੱਡੀ ਨਹੀਂ ਕਰਵਾਈ ਜਾਂਦੀ, ਇਹ ਜਸਟ ਜਨਰਲ ਓਵਰਵਿਊ ਲਿਆ ਜਾਂਦਾ। ਤਾਂ ਸਾਡੀ ਥਰਡ ਇਹਦੇ ਵਿੱਚ ਆਪਸ਼ਨ ਬਿਲਕੁਲ ਸਹੀ ਬਣ ਜਾਂਦੀ ਹੈ ਜੀ। ਨੈਕਸਟ ਹੈ ਵੋਕੈਬਲਰੀ ਰਿਕੁਆਇਰਡ ਟੂ ਅ ਹਾਈ ਸਕੂਲ ਸਟੂਡੈਂਟ ਫॉर ਅਕੈਡਮਿਕ ਪਰਪਜ਼ ਇਜ਼ ਰਿਕੁਆਇਰਡ। ਕਹਿੰਦੇ ਹਾਈ ਸਕੂਲ ਦਾ ਸਟੂਡੈਂਟ ਆ ਜਿਹੜਾ ਉਹਨੂੰ ਅਕੈਡਮਿਕ ਪਰਪਜ਼ ਦੇ ਲਈ ਅਕਵਾਇਰ ਕਰਵਾਉਣੀ ਹੈਗੀ ਕਿਹੜੀ ਵੋਕੈਬਲਰੀ ਮਤਲਬ ਰਿਕੁਆਇਰਮੈਂਟ ਹੁੰਦੀ ਹੈ। ਠੀਕ ਹੈ, ਬਾਏ ਟੌਟ ਮੈਨਰ, ਉਹਨੂੰ ਮੈਨਰ ਸਿਖਾ ਕੇ, ਬਾਏ ਰੋਟ ਲਰਨਿੰਗ, ਰੋਲ ਨਹੀਂ ਤੇ ਰੋਟ ਆਏਗਾ, ਰੋਟ ਲਰਨਿੰਗ ਜਿਵੇਂ ਰੱਟਾ ਮਰਵਾ ਕੇ ਸਿਖਾਉਣਾਗਾ ਬੱਚੇ ਨੂੰ। ਬਿਲਟ ਅਪ ਗ੍ਰੈਜੂਅਲੀ ਐਂਡ ਇਨਕਰੀਮੈਂਟਲੀ ਥਰੂ ਰੀਡਿੰਗ, ਤਾਂ ਕੀ ਹੈਗਾ ਹੌਲੀ ਹੌਲੀ ਬਿਲਡਅਪ ਹੁੰਦੀ ਹੈ ਬੱਚੇ ਦੇ ਅੰਦਰ, ਅਤੇ ਕੀ ਹੈ ਕਿ ਜਿਹੜੀ ਕਿ ਰੀਡਿੰਗ ਦੇ ਥਰੂ ਕੀ ਆ ਵੱਧਦੀ ਜਾਂਦੀ ਹੈਗੀ, ਉਹਦੇ ਵਿੱਚ ਮਤਲਬ ਵਾਧਾ ਹੁੰਦਾ ਜਾਂਦਾ ਗਾ। ਨਨ ਆਫ ਦੀ ਅਬਵ। ਤਾਂ ਅਸੀਂ ਦੇਖਿਆ ਸੀ ਕਿ ਜਿਹੜੀ ਵੋਕੈਬਲਰੀ ਹੈਗੀ ਹਾਈ ਸਕੂਲ ਦੇ ਲੈਵਲ ਤੱਕ ਜਾਂਦੇ ਬੱਚੇ ਦੇ ਵਿੱਚ ਕੀ ਹੈਗਾ ਉਹ ਮਤਲਬ ਇੰਨੀ ਇਨਕਰੀਜ਼ ਹੁੰਦੀ ਜਾਂਦੀ ਹੈ, ਵੱਧਦੀ ਜਾਂਦੀ ਹੈ ਕਿ ਜਿੰਨਾ ਜ਼ਿਆਦਾ ਉਹ ਰੀਡਿੰਗ ਕਰਦਾ ਜਾਂਦਾ ਗਾ। ਤਾਂ ਸਾਡੀ ਥਰਡ ਆਪਸ਼ਨ ਸਹੀ ਬਣ ਜਾਂਦੀ ਹੈ। ਨੈਕਸਟ ਹੈ ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਔਰ ਆਰ ਕਰੈਕਟ। ਇਹਨਾਂ ਦੇ ਵਿੱਚ ਅਸੀਂ ਸਹੀ ਵੇਖਣੀ ਹੈਗੀ ਕਿਹੜੀ ਹੈਗੀ। ਫਸਟ, ਗ੍ਰਾਮਰ ਕੈਨ ਵੀ ਇੰਟਰੋਡਿਊਸਡ ਆਫਟਰ ਬੇਸਿਕ ਲਿੰਗੁਇਸਟਿਕ ਕੰਪੀਟੈਂਸ ਇਜ਼ ਅਕਵਾਇਰਡ। ਠੀਕ ਹੈ, ਗ੍ਰਾਮਰ ਕੀ ਕਿਸ ਤਰ੍ਹਾਂ ਨਾਲ ਇੰਟਰੋਡਿਊਸ ਕਰਵਾਈ ਜਾ ਸਕਦੀ ਹੈ, ਕਹਿੰਦੇ ਜਿਹੜੀਆਂ ਸਾਡੀਆਂ ਬੇਸਿਕ ਲਿੰਗੁਇਸਟਿਕ ਕੰਪੀਟੈਂਸ ਸਾਡੀ ਯੋਗਤਾ ਗਈ ਉਹਦੇ ਥਰੂ ਕੀ ਕੀਤੀ ਅਕਵਾਇਰ ਕੀਤੀ ਜਾਂਦੀ ਹੈਗੀ, ਮਤਲਬ ਅਰਜਿਤ ਕੀਤੀ ਜਾਂਦੀ ਹੈ। ਸੈਕਿੰਡ ਹੈ ਮਤਲਬ ਇਹਨਾਂ ਦਾ ਕਹਿਣ ਦਾ ਭਾਵ ਆ ਵੀ ਗ੍ਰਾਮਰ ਅਸੀਂ ਕਹਿੰਦੇ ਉਦੋਂ ਸਿੱਖਦੇ ਹਾਂਗੇ ਜਦੋਂ ਸਾਡੇ ਜਿਹੜੇ ਬੇਸਿਕ ਕੰਪੀਟੈਂਸ ਆ ਜਿਹੜੀ ਅਸੀਂ ਉਹਨੂੰ ਅਕਵਾਇਰ ਕਰ ਲੈਂਦੇ ਹੈਗੇ, ਸਿੱਖਣ ਦੀ ਯੋਗਤਾ ਸਾਨੂੰ। ਗ੍ਰਾਮਰ ਸਰਵਰਸ ਐਜ਼ ਅ ਟੂਲ ਫॉर ਇਨਕਰੀਜ਼ਿੰਗ ਦ ਲੈਂਗੁਏਜ ਰੈਪੀਟੋਰ। ਤਾਂ ਗ੍ਰਾਮਰ ਕੀ ਇਸ ਚੀਜ਼ ਨੂੰ ਇੱਕ ਲੈਂਗੁਏਜ ਮਤਲਬ ਕਿ ਉਹਨੂੰ ਰਿਪੀਟ ਕਰਨ ਦੇ ਲਈ ਕੀ ਕੀਤੇ ਜਾਂਦੇ ਸਰਵਰ ਇੱਕ ਟੂਲ ਦੇ ਵਜੋਂ ਕੰਮ ਕਰਦੀ ਹੈ। ਥਰਡ, ਗ੍ਰਾਮਰ ਇਜ਼ ਅ ਟੂਲ ਆਫ ਫॉर ਅੰਡਰਸਟੈਂਡਿੰਗ ਦ ਕੰਸਟਰਕਸ਼ਨ ਆਫ ਟੈਕਸਟ, ਰਿਟੋਰਿਕ ਐਂਡ ਆਰਗੂਮੈਂਟਸ। ਗ੍ਰਾਮਰ ਕੀ ਹੈਗਾ ਕਿਸੇ ਵੀ ਮਤਲਬ ਕਿਸੇ ਵੀ ਮਤਲਬ ਕੰਟੈਕਸਟ ਆ ਜਿਹੜਾ ਉਹਨੂੰ ਸਮਝਣ ਦੇ ਵਿੱਚ, ਉਹਨੂੰ ਆਰਗੂਮੈਂਟਸ ਨੂੰ ਸਮਝਣ ਦੇ ਵਿੱਚ ਇੱਕ ਸਾਧਨ ਹੈਗਾ, ਟੂਲ ਹੈਗਾ। ਠੀਕ ਹੈ, ਜਾਂ ਫਿਰ ਆਲ ਆਫ ਦੀ ਅਬਵ। ਤਾਂ ਗ੍ਰਾਮਰ ਨਾਲ ਰਿਲੇਟਡ ਅਸੀਂ ਟਰੂ ਵੇਖਣਾ ਸੀ ਤਾਂ ਸਾਰੀਆਂ ਟਰੂ ਨੇ। ਇਹ ਵੀ ਆ ਜਾਂਦਾ ਗ੍ਰਾਮਰ ਦੇ ਵਿੱਚ ਬੇਸਿਕ ਸਕਿੱਲਸ ਨੂੰ ਵੀ, ਤਾਂ ਉਹਦੇ ਵਿੱਚ ਕੀ ਹੈਗਾ ਇੱਕ ਸਰਵਰ ਨੂੰ ਐਜ਼ ਏ ਟੂਲ ਵੀ ਮੰਨਿਆ ਜਾਂਦਾ ਗਾ। ਠੀਕ ਹੈ, ਅੰਡਰਸਟੈਂਡਿੰਗ ਦੇ ਲਈ ਵੀ ਜ਼ਰੂਰੀ ਹੁੰਦਾ ਗਾ, ਤਾਂ ਸਾਡੀ ਆਲ ਆਫ ਦੀ ਅਬਵ ਬਣ ਜਾਏਗਾ। ਲਾਸਟ ਹੈ ਸਪੀਚ ਮੇਡ ਵਿਦਾਊਟ ਪ੍ਰੀ ਪ੍ਰੈਪਰੇਸ਼ਨ। ਪਹਿਲਾਂ ਤਿਆਰੀ ਕਰਨ ਤੋਂ ਠੀਕ ਹੈ ਜਿਹੜੀ ਸਪੀਚ ਦਿੱਤੀ ਜਾਂਦੀ ਹੈਗੀ ਤਾਂ ਉਹ ਕੀ ਕਹੀ ਜਾਂਦੀ ਹੈ, ਉਹ ਕਿਹੜੀ ਸਪੀਚ ਹੁੰਦੀ ਹੈ ਜਿਹਦੇ ਵਿੱਚ ਪਹਿਲਾਂ ਕੋਈ ਪ੍ਰੈਪਰੇਸ਼ਨ ਨਹੀਂ ਕੀਤੀ ਜਾਂਦੀ ਹੈਗੀ ਆ। ਵੀ ਡਿਬੇਟ ਹੁੰਦੀ ਹੈ ਜਿਹਨੂੰ ਅਸੀਂ ਬਹਿਸ ਕਹਿੰਦੇ ਹੈਗੇ। ਡੈਕਲਾਮੇਸ਼ਨ ਹੁੰਦੀ ਹੈ, ਡੈਕਲਾਮੇਸ਼ਨ ਦੇ ਵਿੱਚ ਕੀ ਹੈਗਾ ਕਿਸੇ ਹੋਰ ਦਾ ਦਿੱਤਾ ਗਿਆ ਭਾਸ਼ਣ ਆਪਾਂ ਆਪਣੀ ਬੋਲੀ ਦੇ ਵਿੱਚ ਬੋਲਦੇ ਹਾਂ। ਠੀਕ ਹੈ, ਆਪ ਕਿਸੇ ਦੇ ਭਾਸ਼ਣ ਨੂੰ ਹੂਬਹੂ ਬੋਲਿਆ ਜਾਂਦਾ, ਉਹਨੂੰ ਡੈਕਲਾਮੇਸ਼ਨ ਕਿਹਾ ਜਾਂਦਾ। ਜਾਂ ਫਿਰ ਐਕਸਟੈਂਪਰਾ, ਆਲ ਆਫ ਦੀ ਅਬਵ। ਐਕਸਟੈਂਪਰ ਇਹਦਾ ਆਨਸਰ ਆਊਗਾ ਜੀ ਥਰਡ ਆਊਗਾ, ਕਿਉਂਕਿ ਜਿਹੜੀ ਬਿਨਾਂ ਪਲੈਨਿੰਗ ਤੋਂ ਜੋ ਵੀ ਬੋਲੀ ਜਾਂਦੀ ਹੈਗੀ ਸਪੀਚ ਦਿੱਤੀ ਜਾਂਦੀ ਹੈ ਉਹਨੂੰ ਅਸੀਂ ਐਕਸਟੈਂਪਰ ਬੋਲਦੇ ਹਾਂ। ਠੀਕ ਹੈ, ਤਾਂ ਅੱਜ ਸਾਡੇ 2020 ਈਅਰ ਦੇ ਸਾਰੇ ਕੁਐਸਚਨ ਖਤਮ ਹੁੰਦੇ ਨੇ ਜੀ। ਓਕੇ, ਥੈਂਕ ਯੂ।